ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਗੁਰੂ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਗੁਰ ਇਤਿਹਾਸ 18ਵੀਂ ਸਦੀ ਦੇ ਸਿੰਘਾਂ ਦਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਗਾਥਾ ਆਪ ਜੀ ਸਰਵਨ ਕਰਦੇ ਆ ਰਹੇ ਹੋ। ਸਿੰਘਾਂ ਨੇ ਹੁਣ ਸਲਾਹ ਕੀਤੀ ਹੈ ਕਿਸੇ ਹੋਰ ਪਾਸੇ ਜਿਹੜਾ ਹੈ ਹੱਲਾ ਬੋਲਿਆ ਜਾਏ। ਮਲੇਰਕੋਟਲੇ ਨੂੰ ਸੋਧਾ ਲਾ ਕਰਕੇ ਸਰਹੰਦ ਵੱਲ ਨੂੰ ਵਧਣਾ ਕਰਦੇ ਨੇ। ਜੈਨ ਖਾਂ ਆਕੀ ਹੋ ਕੇ ਕਿਲੇ ਵਿੱਚ ਬੈਠ ਜਾਂਦਾ ਹੈ। ਫਿਰ ਜਿਹੜੇ ਨੇ ਮਲਵਈ ਸਿੰਘਾਂ ਦੇ ਕੋਲੋਂ ਸੂਹ ਲਈ ਗਈ ਕਿੱਧਰ ਹੱਲਾ ਬੋਲਿਆ ਜਾਵੇ। ਮੋਰਿੰਡੇ ਦੀ ਦੱਸ ਪਾਈ ਕਿ ਉੱਥੇ ਸਾਹਿਬਜ਼ਾਦਿਆਂ ਦੇ ਕਾਤਲਾਂ ਦੇ ਘਰ ਨੇ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਸੀ ਡੱਕਿਆ ਸੀ, ਉਹਨਾਂ ਨੂੰ ਪਹਿਲਾਂ ਸੋਧਾ ਲਾਇਆ ਜਾਵੇ। ਬਾਬਾ ਜੱਸਾ ਸਿੰਘ ਜੀ ਹੁਣਾਂ ਵਰਗਿਆਂ ਸਿਆਣੇ ਮਹਾਂਪੁਰਖਾਂ ਨੇ ਕਿਹਾ ਵੀ ਹਜੇ ਟਾਈਮ ਨਹੀਂ ਹੈਗਾ, ਪਰ ਜਦੋਂ ਹੋਣੀ ਆ ਜਾਵੇ ਉਦੋਂ ਫਿਰ ਉਹ ਟਾਈਮ ਬਣ ਜਾਂਦਾ ਹੈ। ਸਿੰਘ ਪਾਣੀ ਪੀਣ ਲੱਗੇ। ਰਾਹ ਦੇ ਵਿੱਚੋਂ ਲੰਘਦਿਆਂ ਮੋਰਿੰਡੇ ਪਿੰਡ ਤੋਂ ਖੂਹਾਂ ਦੇ ਉੱਤੋਂ ਤਾਂ ਇਹਨਾਂ ਰੰਗੜਾਂ ਨੇ ਜਿਹੜਾ ਹੈ ਇਹਨਾਂ ਦੇ ਨਾਲ ਦੁਰਵਿਹਾਰ ਕੀਤਾ। ਸਿੰਘਾਂ ਨੇ ਜਦੋਂ ਜਵਾਬ ਦਿੱਤਾ ਉਹਦੇ ਇਹਨਾਂ ਗੋਲੀ ਚਲਾ ਦਿੱਤੀ। ਸਾਰੀਆਂ ਮਿਸਲਾਂ ਦੇ ਦਲ ਜਿਹੜੇ ਨੇ ਆਪਣੇ ਆਪਣੇ ਫੌਜਾਂ ਲੈ ਕੇ ਹੁਣ ਇਕੱਠੇ ਹੋ ਗਏ ਨੇ। ਯੁੱਧ ਜਿਹੜਾ ਹੈ ਉਹ ਮੋਰਿੰਡੇ ਦੀ ਧਰਤੀ ਦੇ ਉੱਤੇ ਸ਼ੁਰੂ ਹੋ ਚੁੱਕਾ ਹੈ। ਪਹਿਲਾਂ ਉਹਨਾਂ ਨੇ ਸ਼ਲਕ ਚਲਾਈ ਹੈ ਅਤੇ ਜਦੋਂ ਇੱਧਰੋਂ ਹੁਣ ਸਿੰਘਾਂ ਨੇ ਗੋਲੀ ਦਾ ਜਵਾਬ ਜਿਹੜਾ ਹੈ ਦਿੱਤਾ ਹੈ ਅਤੇ ਇਹਨਾਂ ਨੂੰ ਜਿਹੜੀ ਹੱਥਾਂ ਪੈਰਾਂ ਦੀ ਪਈ ਹੈ। ਅੱਗੇ ਕਵੀ ਰਾਜ ਕੀ ਬਿਆਨ ਕਰ ਰਹੇ ਨੇ, ਆਓ ਕਥਾ ਸਰਵਣ ਕਰੀਏ। ਦਿਓ ਅਸੀਸ ਅੱਖ ਨਾ ਕਰੋ ਸਤਿਨਾਮ ਸ੍ਰੀ ਵਾਹਿ, ਫਿਰ ਕਰੋ ਕਿਰਪਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੜ ਕਰ ਸਿੰਘਨ ਫੜੀ ਤਲਵਾਰ। ਸਿੰਘਾਂ ਨੇ ਫਿਰ ਜਿਹੜੀ ਹੈ ਸ੍ਰੀ ਸਾਹਿਬ ਭਗਵਤੀ ਦੇ ਉੱਤੇ ਜਿਹੜਾ ਆਪਣਾ ਜਿਹੜਾ ਹੈ ਮੁੱਠੇ ਤੇ ਹੱਥ ਪਾ ਲਿਆ ਜੀ। ਕੱਟ ਰੰਗੜ ਪਹੁੰਚੀ ਨੇ ਮਾਰ। ਤੇ ਤਲਵਾਰ ਜਦੋਂ ਚੱਲਦੀ ਹੈ ਫਿਰ ਰੰਗੜਾਂ ਦੇ ਸਿਰ ਜਿਹੜੇ ਨੇ ਉਹ ਕੱਟੇ ਜਾ ਰਹੇ ਹਨ ਜੀ। ਘੜੂਏ ਬਲ ਕਰ ਗਏ ਲਹਾਰ। ਇਹ ਕੌਣ ਕਰ ਰਹੇ ਹਨ? ਆਂਦੇ ਦੂਜੇ ਪਾਸੇ ਇੱਕ ਪਾਸੇ ਤਾਂ ਸਿੰਘ ਜਿਹੜੇ ਨੇ ਉਹ ਜ਼ਾਲਮਾਂ ਦਾ ਜਿਹੜਾ ਹੈ ਸਰਬਨਾਸ਼ ਕਰ ਰਹੇ ਨੇ, ਤੇ ਹੁਣ ਘੜੂਵੇਂ ਵਾਲੇ ਜਿਹੜੇ ਸਨ ਲੁਹਾਰ ਇਹ ਵੀ ਗੁਰੂ ਪੰਥ ਦੇ ਵਿੱਚ ਸ਼ਾਮਲ ਹੋ ਚੁੱਕੇ ਸਨ। ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਇਹਨਾਂ ਦੇ ਘਰਾਂ ਦੇ ਵਿੱਚ ਵਿਚਰਦੀ, ਕਿਉਂਕਿ ਬਾਬਾ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜਦੋਂ ਇਸ ਧਰਤੀ 'ਤੇ ਆਉਂਦੇ ਨੇ ਅਤੇ ਇਸ ਘੜੂਵੇਂ ਪਿੰਡ ਦੇ ਵਿੱਚ ਰੁਕਦੇ ਨੇ, ਅਤੇ ਉਦੋਂ ਪਾਤਸ਼ਾਹ ਜੀ ਨੇ ਇਹਨਾਂ ਦੇ ਕੋਲੋਂ ਸ਼ਰਦਾਈ ਪੀਤੀ ਸੀ ਲੋਹੇ ਦੇ ਬਾਟਿਆਂ ਦੇ ਵਿੱਚ। ਅਤੇ ਉਦੋਂ ਮਾਲਕ ਨੇ ਕਿਰਪਾ ਕੀਤੀ ਇਹਨਾਂ ਪਰਿਵਾਰਾਂ ਦੇ ਉੱਤੇ ਵੀ ਤੁਹਾਡੇ ਜਿਹੜੇ ਇਹ ਲੋਹੇ ਦੇ ਭਾਂਡੇ ਨੇ, ਬਰਤਨ ਨੇ, ਇਹ ਸੋਨੇ ਦੇ ਭਾਅ ਵਿਕਣਗੇ। ਅੱਜ ਵੀ ਉੱਥੇ ਜਿਹੜੀ ਹੈ ਮਾਲਕ ਦੀ ਕਿਰਪਾ ਵਰਤਦੀ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਨੇ ਉਹ ਬਰਤਨ ਜਾਂਦੇ ਨੇ। ਇਹ ਉਹ ਲੁਹਾਰ ਨੇ ਆਂਦੇ। ਹੁਣ ਇਹ ਵੀ ਜਿਹੜੇ ਨੇ ਨਾ ਦੋ ਹੱਥ ਕਰਨ ਵਾਸਤੇ ਰੰਗਰੇਟਿਆਂ ਵਾਹਿਗੁਰੂ ਰੰਗੜਾਂ ਦੇ ਨਾਲ ਅੱਗੇ ਹੋਏ ਹਨ ਜੀ। ਬਿਹਾਰ ਨਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਸ ਤਰ੍ਹਾਂ ਯੁੱਧ ਦਾ ਜਿਹੜਾ ਹੈ ਉਹ ਚਿੱਤਰਨ ਜਿਹੜਾ ਹੈ ਉਹ ਲਿਖਿਆ ਜਾ ਰਿਹਾ ਹੈ। ਕਿਤੇ ਯੁੱਧ ਦੇ ਵਿੱਚ ਕਿਰਪਾਨ ਚੱਲਦੀ ਸੀ, ਕਿਤੇ ਜਿਹੜੀ ਸੀ ਗੋਲੀ ਚੱਲਦੀ ਸੀ, ਕਿਤੇ ਬਰਸ਼ੇ ਚੱਲਦੇ ਸਨ, ਕਿਤੇ ਜਿਹੜੀਆਂ ਨੇ ਤੋਪਾਂ ਦੇ ਗੋਲੇ ਵਹਾਏ ਜਾਂਦੇ ਸਨ। ਪਰ ਮਾਲਕ ਦੇ ਘਰ ਦੀ ਖੇਡ ਇਹੋ ਜਿਹੀ ਵਾਪਰਦੀ ਹੈ ਕਈ ਵਾਰ ਕਿ ਜਿਹੜੀਆਂ ਚੀਜ਼ਾਂ ਯੁੱਧ ਦੇ ਵਿੱਚ ਸੋਚੀਆਂ ਵੀ ਨਾ ਹੋਣ, ਉਹੀ ਹਥਿਆਰ ਜਿਹੜੇ ਨੇ ਬਣ ਜਾਂਦੇ ਨੇ। ਕਹਿਣ ਤੋਂ ਮੇਰਾ ਭਾਵ ਹੈ ਕਿ ਜਿਹੜਾ ਸਮੇਂ ਸਿਰ ਵਰਤਿਆ ਜਾਵੇ ਨਾ, ਉਹ ਸ਼ਸਤਰ ਜਿਹੜਾ ਹੈ ਉਹਨੂੰ ਬਣਾ ਲੈਂਦੀ ਹੈ ਦੁਨੀਆ। ਇੱਥੇ ਇਹਨਾਂ ਦੇ ਕੋਲ ਹਥੌੜੇ ਸਨ, ਅਤੇ ਹੁਣ ਹਥੌੜੇ ਜਿਹੜੇ ਹੁੰਦੇ ਨੇ ਆਪ ਜੀ ਨੂੰ ਪਤਾ ਹੈ, ਜਿਨ੍ਹਾਂ ਦੇ ਨਾਲ ਕਿਸੇ ਲੋਹੇ ਨੂੰ ਕੁੱਟਣਾ ਹੋਵੇ ਘੱਟੋ ਘੱਟ ਵੀ 15-20 ਕਿਲੋ ਤੋਂ ਤਾਂ ਘੱਟ ਇੱਕ ਹਥੌੜਾ ਨਹੀਂ ਸੀ ਹੁੰਦਾ ਉਹਨਾਂ ਸਮਿਆਂ ਦੇ ਅੰਦਰ। ਅੱਜ ਵੀ ਇੰਨੇ ਭਾਰੇ ਨੇ ਲੁਹਾਰੀ ਕੰਮ ਜਿਹੜੇ ਕਰਦੇ ਨੇ, ਉਹਨਾਂ ਨੂੰ ਪਤਾ ਹੈ। ਆਂਦੇ ਇੱਦਾਂ ਨੇ ਉਹ ਆਪਣੇ ਕੰਮ ਕਰਨ ਵਾਲੇ
ਜਿਹੜੇ ਹਥੋਰੇ ਸਨ ਨਾ, ਜਿਹੜੇ ਲੋਹੇ ਉੱਤੇ ਸੱਟ ਮਾਰਦੇ ਸਨ, ਉਹ ਜਿਹੜੇ ਹੱਥਾਂ ਦੇ ਵਿੱਚ ਹੁਣ ਭਈ ਫੜ ਲਏ ਹਨ ਜੀ। ਮਾਰ ਹਥੌੜ ਦਾ ਸਿਰ ਫੋੜ, ਤੇ ਜਿੱਦਾਂ ਆਰਨ ਦੇ ਉੱਤੇ ਹਥੌੜਾ ਮਾਰਦੇ ਸਨ ਤੇ ਲੋਹਾ ਜਿਹੜਾ ਸੀ ਉਹ ਚਪਟਾ ਹੋ ਜਾਂਦਾ ਸੀ, ਇਦਾਂ ਸਿਰਾਂ ਦੇ ਉੱਤੇ ਹਥੌੜੇ ਮਾਰਦੇ ਨੇ ਤੇ ਸਿਰਾਂ ਦੀ ਮਿੱਝ ਨਿਕਲ ਜਾਂਦੀ ਹੈ ਜੀ। ਰੰਗੜ ਮਾਰੇ ਸਿਰ ਕਰ ਜੋਰ, ਤੇ ਬੜਾ ਜ਼ੋਰ ਲਾ ਕੇ ਰੰਗੜਾਂ ਨੇ ਜਿਹੜਾ ਹੈ ਇਹਨਾਂ ਦਾ ਖੋਰੂ ਪੁੱਟਿਆ ਹੈ ਜੀ। ਰੰਗੜ ਕੀ ਉਨਹੁਤੀ ਪਛਾਣ, ਕਿਉਂਕਿ ਰੰਗੜ ਉੱਥੋਂ ਦੇ ਰਹਿਣ ਵਾਲੇ ਸਨ, ਇਸ ਕਰਕੇ ਉਹਨਾਂ ਦੀ ਜਿਹੜੀ ਸੀ ਸਿੰਘਾਂ ਨੂੰ ਵੀ ਪਛਾਣ ਹੋ ਗਈ ਤੇ ਨਾਲ ਜਿਹੜੇ ਘੜੂਵੇਂ ਵਾਲੇ ਸਨ ਉਹਨਾਂ ਨੂੰ ਵੀ ਜਿਹੜੀ ਸੀ ਉਹਨਾਂ ਨੇ ਪਛਾਣ ਦੱਸ ਦਿੱਤੀ ਸੀ ਸਿੰਘਾਂ ਨੂੰ। ਇਸ ਕਰਕੇ ਉਹਨਾਂ ਨੇ ਜਿਹੜਾ ਹੈ ਇਹਨਾਂ ਦਾ ਜਿਹੜਾ ਹਥੌੜਿਆਂ ਦੇ ਨਾਲ ਹੁਣ ਜਿਹੜਾ ਹੈ ਵਾਰ ਕੀਤੇ ਹਨ ਜੀ। ਪੰਜ ਢੋਲ ਕਰ ਮਾਰ ਹੈ ਤਾਣ, ਤੇ ਇਸ ਤਰ੍ਹਾਂ ਦੇ ਮਰਿੰਡੇ ਦੇ ਪੰਚਾਂ ਨੂੰ ਟੋਲ ਟੋਲ ਕੇ, ਪੰਚ ਕਹਿੰਦੇ ਜਿੱਦਾਂ ਪਿੰਡ ਦੇ ਵਿੱਚ ਸਰਪੰਚ ਹੁੰਦਾ ਤੇ ਹੁਣ ਸਰਪੰਚ ਦੇ ਨਾਲ ਅਹੁਦੇਦਾਰ ਹੁੰਦੇ ਨੇ ਜਿਹੜੇ 5-6, ਉਹਨੂੰ ਕਹਿੰਦੇ ਨੇ ਪੰਚ। 5-6 ਪੰਚ ਹੋ ਜਾਂਦੇ ਨੇ ਇੱਕ ਪੱਤੀ ਦੇ ਵਿੱਚ ਜਾਂ ਪੂਰੇ ਪਿੰਡ ਦੇ ਵਿੱਚ, ਜੇ ਇੱਕ ਸਰਪੰਚ ਵੀ ਹੋਏ, ਅਹੁਦੇਦਾਰ ਕਹਿ ਲਈਏ। ਆਂਦੇ ਹੁਣ ਜਿਹੜੇ ਰੰਗੜਾਂ ਦੇ ਅਹੁਦੇਦਾਰ ਪੰਚ ਰੂਪ ਸਨ ਨਾ, ਉਹਨਾਂ ਨੂੰ ਟੋਲ ਟੋਲ ਕੇ ਜਿਹੜੇ ਨੇ ਨਾ ਇਹ ਘਣੂਏ ਵਾਲੇ ਸਿੰਘ ਜਿਹੜੇ ਨੇ ਥੋੜੇ ਮਾਰ ਮਾਰ ਕੇ ਇਹਨਾਂ ਦਾ ਖਾਤਮਾ ਕਰਦੇ ਹਨ ਜੀ। ਦੋਹਰਾ ਜਾਨੀ ਮਾਨੀ ਨਾਮ ਉਹਨੇ ਵੱਡੇ ਮੁਕੱਦਮ ਜੋਏ, ਆਂਦੇ ਜਾਨੀ ਤੇ ਮਾਨੀ ਜਿਹੜੇ ਉਸ ਸਮੇਂ ਜਿਨ੍ਹਾਂ ਨੇ ਧੰਨ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਹੁਣਾਂ ਨੂੰ ਜਿਹੜਾ ਸੀ ਗੰਗੂ ਬਾਹਮਣ ਦੀ ਦੱਸ ਦੇ ਉੱਤੇ ਜਿਹੜਾ ਸੀ ਉਹ ਮੋਰਿੰਡੇ ਜੇਲ੍ਹ ਦੇ ਵਿੱਚ ਜਿਹੜਾ ਸੀ ਉਹ ਕੈਦ ਕੀਤਾ ਸੀ। ਗੁਰ ਕੀ ਸੰਗਤ ਜੀ, ਇੱਥੇ ਬੜਾ ਸੋਹਣਾ ਹੁਣ ਗੁਰਦੁਆਰਾ ਬਣ ਚੁੱਕਾ ਹੈ। ਕਿਰਪਾ ਹੋਵੇਗੀ ਜਿਸ ਨੇ ਵੀ ਜਿਹੜਾ ਹੈ ਇਹ ਗੁਰਦੁਆਰਾ ਸਾਹਿਬ ਦੇਖਿਆ ਹੋਵੇਗਾ ਆਪਣੇ ਜੀਵਨ ਦੇ ਵਿੱਚ, ਨਹੀਂ ਦੇਖਿਆ ਤੇ ਜ਼ਰੂਰ ਦੇਖਣ ਵਾਲਾ ਜਿਹੜਾ ਹੈ ਉਹ ਸਮਾਂ ਬਣਾਉਣਾ ਚਾਹੀਦਾ ਹੈ। ਥੱਲੇ ਜਿੱਥੇ ਸਾਹਿਬਜ਼ਾਦਿਆਂ ਨੂੰ ਡੱਕਿਆ ਗਿਆ ਸੀ ਜੇਲ੍ਹ ਦੇ ਵਿੱਚ, ਕਾਲ ਕੋਠੜੀ ਦੇ ਅੰਦਰ ਕਹਿ ਲਈਏ, ਕੋਤਵਾਲੀ ਦੇ ਵਿੱਚ ਕਹਿ ਲਈਏ, ਉਹ ਅੱਜ ਵੀ ਹੂਬਹੂ ਉਸੇ ਤਰ੍ਹਾਂ ਉਹ ਸਮੇਂ ਦੀ ਨਿਸ਼ਾਨੀ ਜਿਹੜੀ ਹੈ ਯਾਦਗਾਰ ਹੈ, ਸਾਂਭੀ ਪਈ ਹੈ। ਹਾਲਾਂਕਿ ਸੇਵਾ ਦੇ ਮੁਜਬ ਦੇ ਵਿੱਚ ਬਹੁਤ ਕੁਝ ਜਿਹੜਾ ਹੈ ਸਿੱਖ ਵਿਰਸੇ ਦੇ ਵਿੱਚੋਂ ਜਿਹੜਾ ਹੈ ਉਹ ਜਾ ਚੁੱਕਾ ਹੈ। ਕਈਆਂ ਨਿਸ਼ਾਨੀਆਂ ਨੂੰ ਜਿਹੜਾ ਹੈ ਮਲੀਆਂ ਮੇਟ ਕਰ ਦਿੱਤਾ ਗਿਆ ਹੈ, ਪਰ ਫਿਰ ਵੀ ਇਹ ਕਿਰਪਾ ਹੈ ਕਿ ਅੱਜ ਉਹ ਕੋਤਵਾਲੀ ਜਿੱਥੇ ਸਾਹਿਬਜ਼ਾਦੇ ਡੱਕੇ ਗਏ ਸਨ, ਮਾਤਾ ਗੁਜਰੀ ਡੱਕੀ ਗਈ ਸੀ, ਉਹ ਅੱਜ ਵੀ ਮੌਜੂਦ ਹੈ। ਸਿੰਘ ਅੱਜ ਵੀ ਉੱਥੇ ਜਾ ਕੇ ਜਿਹੜੇ ਨੇ ਆਪਣੇ ਪੁਰਖਾਂ ਦੇ ਉਹਨਾਂ ਅਸਥਾਨਾਂ ਦੇ ਜਿਹੜੇ ਨੇ ਦਰਸ਼ਨ ਕਰਦੇ ਹਨ। ਆਂਦੇ ਉਹ ਜਿਹੜਾ ਜਾਨੀ ਖਾਨ ਸੀ, ਮਾਨੀ ਖਾਨ ਸੀ ਨਾ, ਉਹ ਬੜੇ ਵੱਡੀਏ ਜਿਹੜੇ ਸਨ ਮੁਖੀਏ ਸਨ ਜੀ। ਜਿਨ੍ਹਾਂ ਪੜਾਏ ਆਪ ਥੇ ਸਾਹਿਬ ਜਾਦਾ ਦੋਏ, ਇਹ ਮੁਖੀਏ ਸਰਹੰਦ ਦੇ ਸਨ, ਸਰਹੰਦ ਨਵਾਬ ਦੇ। ਤੇ ਉਹਨੇ ਸਰਹੰਦ ਵਾਲੇ ਨਵਾਬ ਨੂੰ ਜਦੋਂ ਜਾ ਕੇ ਦੱਸਿਆ ਹੈ ਕਿ ਸਾਹਿਬਜ਼ਾਦੇ ਮੇਰੇ ਕੋਲ ਹਨ, ਮਾਤ ਗੁਜਰੀ ਜਿਹੜੀ ਹੈ ਮੇਰੇ ਕੋਲ ਹਨ, ਉਹਦਾ ਜ਼ਿਕਰ ਕਰਦੇ ਪਏ ਨੇ ਕਵੀ ਰਾਜ ਜੀ। ਕਹਿੰਦੇ ਪਏ ਜਿਨ ਫੜਾਏ ਆਪ ਥੇ ਸਾਹਿਬਜ਼ਾਦੇ ਦੋਏ। ਘੜੂਏ ਵਾਲੇ ਵੀ ਕਹਿਣ ਲੱਗੇ ਕਿ ਜਾਨੀ ਖਾਨ ਤੇ ਮਾਨੀ ਖਾਨ ਦਾ ਪਿੰਡ ਹੈ ਜਿੱਥੋਂ ਸਾਹਿਬਜ਼ਾਦੇ ਜਿਹੜੇ ਸਨ ਪਕੜਾਏ ਗਏ ਸਨ ਜੀ। ਚੌਪਈ ਘੜੂਆ ਬਾਲਣ ਸੋ ਲੱਭ ਲਏ, ਤੇ ਘੜੂਏ ਵਾਲਿਆਂ ਨੇ ਜਿਹੜਾ ਸੀ ਨਾ ਜਾਨੀ ਖਾਨ ਤੇ ਮਾਨੀ ਖਾਨ ਦਾ ਉਹ ਜੱਦੀ ਪੁਸ਼ਤੀ ਘਰ ਜਿਹੜਾ ਹੈ ਲੱਭ ਲਿਆ ਜਿੱਥੇ ਉਹ ਰਹਿੰਦੇ ਹੁੰਦੇ ਸਨ ਜੀ। ਥੋੜਨ ਸੋ ਉਹਨੇ ਪੁੱਤਰ ਮਾਰ ਗਏ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਇੱਥੇ ਇਤਿਹਾਸ ਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਜਦੋਂ ਨੂਰਾ ਮਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇਹ ਸੁਨੇਹਾ ਦਿੰਦਾ ਨਾ ਆ ਕੇ, ਪਾਤਸ਼ਾਹ ਛੋਟੇ ਫਰਜ਼ੰਦਾਂ ਨੂੰ ਜਿਹੜਾ ਹੈ ਉਹ ਗੰਗੂ ਬਾਹਮਣ ਨੇ ਚਾਲ ਖੇਡ ਕਰਕੇ ਤੇ ਜਾਨੀ ਖਾਨ ਤੇ ਮਾਨੀ ਖਾਨ ਦੇ ਨਾਲ ਰਲ ਕੇ ਉਹ ਸ਼ਹੀਦ ਕਰਾ ਦਿੱਤੇ ਨੇ। ਤੇ ਉਦੋਂ ਫਿਰ ਮੇਰੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਸੀ ਕਿ ਇਹਨਾਂ ਦੀ ਜੜ ਜਿਹੜੀ ਹੈ ਉਹ ਪੁੱਟੀ ਜਾਵੇਗੀ। ਹੁਣ ਉਹ ਜੜ ਜਿਹੜੀ ਹੈ ਨਾ ਇਸ ਟਾਈਮ ਹੁਣ ਉਹ ਪੁੱਟੀ ਜਾਣੀ ਹੈ। ਇਸ ਕਰਕੇ ਇੱਥੇ ਸਾਹਿਬ ਜੀ ਇਸ ਗੱਲ ਦਾ ਬਿਆਨਤਾ ਕਰ ਰਹੇ ਹਨ ਕਿ ਘੜੂਏ ਵਾਲੇ ਸਿੰਘਾਂ ਨੇ ਨਾ ਜਾਨੀ ਖਾਨ ਤੇ ਮਾਨੀ ਖਾਨ ਦਾ ਜਿਹੜਾ ਜੱਦੀ ਪੁਸ਼ਤੀ ਘਰ ਸੀ ਉਸ ਪਿੰਡ ਦੇ ਵਿੱਚ ਉਹ ਜਿਹੜਾ ਲੱਭ ਲਿਆ ਹੈ ਜੀ। ਫਿਰ ਉਹਨੇ ਕੇਲਾ ਪੁੱਤਰੇ ਪਛਾਣ, ਪਹਿਲਾਂ ਉਹਨਾਂ ਦੇ ਪੁੱਤਰ ਜਿਹੜੇ ਨੇ ਉਹ ਥੋੜਿਆਂ ਦੇ ਨਾਲ ਜਿਹੜੇ ਨੇ ਉਹ ਮਾਰੇ ਨੇ ਤੇ ਫਿਰ ਅੱਗੇ ਪੁੱਤਰਾਂ ਦੇ ਪੁੱਤਰ ਪੋਤਰੇ
ਉਹ ਜਾਨੀ ਖਾਂ ਤੇ ਮਾਨੀ ਖਾਂ ਦੇ ਪੁੱਤਰ ਵੀ ਮਾਰ ਦਿੱਤੇ ਸਿੰਘਾਂ ਨੇ, ਤੇ ਥੋੜੇ ਮਾਰ ਮਾਰ ਕੇ ਅੱਗੇ ਪੋਤਰੇ ਵੀ ਜਿਹੜੇ ਨੇ ਨਾ ਉਹਨਾਂ ਨੂੰ ਮਾਰ ਮੁਕਾ ਦਿੱਤਾ ਹੈ ਜੀ। ਔਲਾਦ ਛੋਡੀ ਨਾ ਹੁਣ ਉਸ ਕੀ ਜਾਨ। ਕਿਉਂਕਿ ਇਹ ਸਾਹਿਬ ਦਾ ਬਚਨ ਸੀ ਕਿ ਇਹਨਾਂ ਦੀ ਜੜ ਪੁੱਟੀ ਜਾਵੇਗੀ। ਰੋਸ ਸੀ ਸਿੰਘਾਂ ਦੇ ਵਿੱਚ, ਇਹਨਾਂ ਸਾਡੇ ਫਰਜ਼ੰਦ, ਸਾਡੇ ਬਾਬੇ ਦੇ ਫਰਜ਼ੰਦ ਸ਼ਹੀਦ ਕਰਾਏ ਨੇ, ਇਹਨਾਂ ਦਾ ਵੰਸ਼ ਜਿਹੜਾ ਹੈ ਉਹ ਨਹੀਂ ਰਹਿਣ ਦੇਵਾਂਗੇ। ਇਸ ਕਰਕੇ ਔਲਾਦ ਛੋਡੀ ਨਾ ਉਸ ਕੀ ਜਾਨ, ਜਾਨੀ ਖਾਂ ਮਾਨੀ ਖਾਂ ਦੀਆਂ ਔਲਾਦਾਂ ਜਾਣ ਕਰਕੇ ਉਹਨਾਂ ਨੂੰ ਸਿੰਘਾਂ ਨੇ ਨਹੀਂ ਛੱਡਿਆ ਜੀ। ਬਸ ਘਾਤ ਹੁਣ ਰੰਗੜ ਹੋਈ। ਬੜੇ ਘਾਤ ਉੱਥੇ ਹੋਇਆ ਹੈ। ਰੰਗੜਾਂ ਦਾ ਭਾਵ ਜਿਹੜਾ ਰੰਗੜ ਹੱਥ ਆ ਜਾਂਦਾ ਸੀ ਉਹਦਾ ਸਮਝ ਲਓ ਕਿ ਕੀਰਤਨ ਸੋਹਲਾ ਪੜਿਆ ਗਿਆ ਜੀ। ਕਿਮ ਬਚਨੀ ਥੀ ਉਨ ਕੁਲ ਜੋਈ। ਕਿਉਂਕਿ ਇਹ ਗੁਰੂ ਦਾ ਬਚਨ ਹੋਇਆ ਸੀ ਕਿ ਇਹਨਾਂ ਦੀ ਜੜ ਪੁੱਟੀ ਜਾਵੇਗੀ, ਤੇ ਹੋਣਾ ਵੀ ਫਿਰ ਉਦਾਂ ਸੀ ਜੀ। ਸਾਹਿਬ ਜਾਤੇ ਹੁਕਮ ਸੁਨ ਸੁਨ ਕੇ। ਕਿਉਂਕਿ ਗੁਰੂ ਸਾਹਿਬ ਜੀ ਨੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵਾਰਤਾ ਨੂਰੇ ਮਾਹੀਏ ਕੋ ਸੁਣੀ ਸੀ, ਉਦੋਂ ਇਹ ਬਚਨ ਕਹਿ ਦਿੱਤੇ ਸਨ ਕਿ ਇਹਨਾਂ ਦੀ ਜੜ ਨਹੀਂ ਰਵੇਗੀ ਜੀ। ਜਾਨੀ ਮਾਨੀ ਫੜਾਏ ਗੁਰ ਕੇ। ਕਿਉਂਕਿ ਜਾਨੀ ਤੇ ਮਾਨੀ ਨੇ ਜਿਹੜਾ ਸੀ ਨਾ ਸਾਹਿਬਜ਼ਾਦਿਆਂ ਨੂੰ ਫੜਾਇਆ ਸੀ ਜੀ। ਤੌਥੀ ਸਤਿਗੁਰ ਐਸ ਬਖਾਨੀ। ਇਸ ਕਰਕੇ ਗੁਰੂ ਜੀ ਨੇ ਬਚਨ ਕਹੇ ਸਨ ਕਿ ਇਹਨਾਂ ਦੀ ਜੜ ਹੁਣ ਪੁੱਟੀ ਜਾਵੇਗੀ। ਜੜ ਰਹਿ ਜਾਨੀ ਨਾ ਰਹਿ ਮਾਨੀ। ਨਾ ਫਿਰ ਜਾਨੀ ਦੀ ਕੋਈ ਵਾਰਸ ਰਵੇਗਾ ਤੇ ਨਾ ਕੋਈ ਮਾਨੀ ਦਾ ਵਾਰਸ ਰਵੇਗਾ ਇਸ ਧਰਤੀ ਤੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਉਹ ਬਚਨ ਹੁਣ ਜਿਹੜੇ ਨੇ ਨਾ ਗੁਰੂ ਕੀ ਸੰਗਤ ਜੀ, ਉਹ ਸਿੰਘ ਜਿਹੜੇ ਨੇ ਘੜੂਏ ਵਾਲੇ ਤੇ ਨਾਲ ਬਾਬਾ ਜੱਸਾ ਸਿੰਘ ਜੀ, ਬਾਬਾ ਚੜ੍ਹ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਨਾਰੋਕੇ ਵਾਲੇ ਆਦਿਕ, ਜੈ ਸਿੰਘ ਕਨ੍ਹਈਆ, ਸਾਰੀਆਂ ਮਿਸਲਾਂ ਦੇ ਸਿੰਘ ਰਲ ਕੇ ਜਿਹੜੇ ਨੇ ਉਹ ਬਚਨ ਪੂਰਾ ਕਰ ਰਹੇ ਹਨ ਜੀ। ਉਨਕੀ ਜੜ ਥੋੜਨ ਨ ਪਾਈ। ਉਹਨਾਂ ਦੀ ਵੰਸ਼ ਦੇ ਵਿੱਚੋਂ ਹੁਣ ਕੋਈ ਵੀ ਜਿਹੜਾ ਸੀ ਉਹ ਬਚਿਆ ਨਹੀਂ ਜੀ। ਦਈ ਜੜਾ ਉਨ ਬਚਨ ਪੁਟਾਈ। ਕਿਉਂਕਿ ਉਹ ਜਿਹੜਾ ਬਚਨ ਸੀ ਉਹ ਪੁਗਣਾ ਸੀ, ਇਸ ਕਰਕੇ ਇਹਨਾਂ ਦੀ ਜੜ ਹੁਣ ਜਿਹੜੀ ਹੈ ਪੁੱਟੀ ਗਈ ਹੈ ਜੀ। ਹੋਰ ਸੋ ਉਨਕੇ ਭਾਈ ਸਰਦਾਰ। ਹੋਰ ਵੀ ਇਹਨਾਂ ਦੇ ਵੰਸ਼ ਦੇ ਵਿੱਚੋਂ ਕੋਈ ਭਾਈ, ਕੋਈ ਰਿਸ਼ਤੇਦਾਰੀ, ਕੋਈ ਬਰਾਦਰੀ ਦੇ ਵਿੱਚ ਜਿਹੜਾ ਨਾਲ ਖੂਨ ਦਾ ਰਿਸ਼ਤਾ ਹੁੰਦਾ ਹੈ, ਜੇ ਕੋਈ ਉਹ ਵੀ ਸਾਹਮਣੇ ਆ ਗਿਆ, ਮਾਰ ਹਥੋੜੇ ਸੋਗਾਏ ਮਾਰ। ਹਰ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਤਾਂ ਵਾਹਿਗੁਰੂ ਤਲਵਾਰ ਨਹੀਂ, ਕੋਈ ਤੀਰ ਨਹੀਂ, ਕੋਈ ਬੰਦੂਕ ਨਹੀਂ, ਬਸ ਥੋੜੇ ਕੰਮ ਜਿਹੜੇ ਨੇ ਉਹ ਚੱਲੀ ਰੱਖਦੇ ਨੇ। ਇਤਿਹਾਸ ਦੇ ਵਿੱਚ ਤੇ ਇਦਾਂ ਵੀ ਆਇਆ ਹੈ ਕਿ ਜਿਹੜੇ ਗੁਰੂ ਕੇ ਲੰਗਰ ਬਣਾਉਂਦੇ ਰਹੇ ਨਾ ਸਿੰਘ, ਉਹਨਾਂ ਨੇ ਫਿਰ ਖੁਰਪਿਆਂ ਦੇ ਨਾਲ ਵੀ ਯੁੱਧ ਕੀਤੇ ਹੋਏ ਨੇ। ਇਹੋ ਜਿਹਾ ਵੀ ਇਤਿਹਾਸ ਹੈ ਸਿੱਖਾਂ ਦਾ। ਇੱਥੇ ਥੋੜਿਆਂ ਦਾ ਇਤਿਹਾਸ ਆ ਗਿਆ। ਥੋੜੇ ਮਾਰ ਮਾਰ ਕੇ ਰਿਸ਼ਤੇਦਾਰ ਵੀ ਜਿਹੜੇ ਨੇ ਨਾ ਸਿੰਘ, ਉਹਨਾਂ ਨੂੰ ਮੌਤ ਦੇ ਘਾਟ ਸੁਲਾਈ ਜਾ ਰਹੇ ਹਨ ਜੀ। ਤਨ ਕੋ ਪ੍ਰਥਮ ਨ ਪਇਓ। ਤੇ ਪਹਿਲਾਂ ਉਹਨਾਂ ਨੇ ਕੀ ਕੀਤਾ, ਸਿੰਘਾਂ ਨੇ ਲੁੱਟ ਮਾਰ ਵੱਲ ਨਹੀਂ ਗਏ ਵੀ ਆਪਾਂ ਕੁਝ ਲੁੱਟ ਲਈਏ ਇਹਨਾਂ ਦਾ। ਉਹ ਕਹਿੰਦੇ ਨਹੀਂ, ਪਹਿਲਾਂ ਜਾਨੀ ਖਾਂ ਤੇ ਮਾਨੀ ਖਾਂ ਦੀ ਜਿਹੜੀ ਜੜ ਹੈ ਨਾ ਧਰਤੀ ਦੇ ਉੱਤੇ, ਉਹ ਬਾਬੇ ਦਾ ਬਚਨ ਪੂਰਾ ਕਰੀਏ, ਲੁੱਟ ਮਾਰ ਵੱਲ ਬਾਅਦ ਵਿੱਚ ਹੋ ਜਾਵਾਂਗੇ। ਰੰਗੜ ਮਾਰਨ ਹੀ ਕੋ ਸਭ ਥਇਓ। ਸਾਰੇ ਰੰਗੜਾਂ ਦੇ ਪਿੱਛੇ ਹੀ ਪੈ ਗਏ ਉਹਨਾਂ ਨੂੰ ਮਾਰਨ ਵਾਸਤੇ ਜੀ। ਦੋਹਰਾ ਸਿੰਘ ਦਿਲ ਗੁੱਸੇ ਖਣੋ ਲੀਨੀ ਤੇਗ ਉਠਾਏ। ਸਿੰਘਾਂ ਦੇ ਦਿਲਾਂ ਦੇ ਵਿੱਚ ਬੜਾ ਗੁੱਸਾ ਸੀ, ਇਸ ਕਰਕੇ ਉਹਨਾਂ ਨੇ ਮਜਬੂਰ ਹੋ ਕਰਕੇ, ਸਿੰਘ ਨਹੀਂ ਸੀ ਚਾਹੁੰਦੇ ਕਿ ਮਰਿੰਡੇ ਦੇ ਵਿੱਚ ਜਿਹੜੀ ਹੈ ਉਹ ਲੜਾਈ ਹੋਵੇ, ਕੋਈ ਝੜਪ ਹੋਵੇ, ਆਪਾਂ ਚੁੱਪ ਚਪੀਤੇ ਲੰਘ ਜਾਈਏ। ਪਰ ਇਹਨਾਂ ਨੇ ਜਦੋਂ ਸਹਿਮਤ ਮਾਰੀ ਕਿ ਤੁਹਾਡੇ ਵਾਲਾਂ ਦਾ ਰੱਸਾ ਵੱਟ ਕੇ ਜਿਹੜਾ ਹੈ ਨਾ ਤੁਹਾਨੂੰ ਵਿਖਾਵਾਂਗੇ, ਫਿਰ ਹੁਣ ਦੋ ਹੱਥ ਤਾਂ ਹੋਣੇ ਸਨ। ਇਸ ਕਰਕੇ ਹੁਣ ਤੇਗ ਜਿਹੜੀ ਹੈ ਉਹ ਕੱਢਣੀ ਪਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਇਹ ਔਰੰਗਜ਼ੇਬ ਜਦੋਂ ਸਾਰੇ ਹੀਲੇ ਤੇ ਵਸੀਲੇ ਮੁੱਕ ਗਏ ਆ ਨਾ, ਮੈਨੂੰ ਫੇਰ ਜਿਹੜੀ ਹੈ ਉਹ ਕਿਰਪਾਨ ਚੁੱਕਣੀ ਪਈ ਹੈ। ਪਰ ਤੇਰੇ ਵਾਸਤੇ ਅੱਜ ਵੀ ਕਿਰਪਾਨ ਨਹੀਂ ਚੱਕਾਂਗਾ, ਤੇਰੇ ਵਾਸਤੇ ਮੇਰੀ ਕਲਮ ਜਿਹੜੀ ਹੈ ਉਹੀ ਕੰਮ ਕਰ ਜਾਵੇਗੀ। ਜ਼ਫਰਨਾਮਾ ਮੌਤ ਦੀ ਚਿੱਠੀ ਜਦੋਂ ਬਾਬਾ ਲਿਖਦਾ ਹੈ, ਬਸ ਉਸ ਨੂੰ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਬਹੁਤੇ ਦਿਨ ਜਿੰਦਾ ਨਹੀਂ ਰਿਹਾ, ਉਹ ਅਕਾਲ ਚਲਾਣਾ ਕਹਿ ਲਈਏ ਕਰ ਗਿਆ ਸੀ। ਇੱਥੇ ਵੀ ਕਹਿੰਦੇ ਤੇਗ ਕੱਢਣੀ ਪਈ ਹੈ ਜੀ। ਮੋਦੀ ਵਾਲੋ ਛੋੜ ਕੇ ਔਰ ਦਿਓ ਸਭ ਮਾਰ। ਜਿੰਨੇ ਹਿੰਦੂ ਸਨ ਉੱਥੇ ਉਸ ਸਮੇਂ, ਉਹਨਾਂ ਨੂੰ ਬੋਦੀ ਵਾਲੇ ਕਿਹਾ ਹੈ, ਤੇ ਉਹ ਸਾਰੇ ਜਿਹੜੇ ਹਿੰਦੂ ਜਿਹੜੇ ਸਨ ਸਿੰਘਾਂ ਨੇ ਛੱਡ ਦਿੱਤੇ ਹਨ ਜੀ, ਬਾਕੀ ਮਾਰ ਦਿੱਤੇ। ਚੌਪਈ ਜੇ ਕੋ ਬਚਿਓ ਹਿੰਦੂ ਹਿੰਦੂਨ ਬੜ।
ਆਂਦੇ ਪਰ ਜੇ ਰੰਗੜਾਂ ਦੇ ਵਿੱਚੋਂ ਕੋਈ ਬਚ ਗਿਆ, ਇੱਥੇ ਇੱਕ ਨੁਕਤਾ ਹਮੇਸ਼ਾ ਯਾਦ ਰੱਖਣਾ, ਜਾਨੀ ਖਾਂ ਤੇ ਮਾਨੀ ਖਾਂ, ਇਹਨਾਂ ਦੀ ਵੰਸ਼ ਦੇ ਵਿੱਚੋਂ ਕੋਈ ਵੀ ਰੰਗੜ ਨਹੀਂ ਬਚਿਆ। ਹਾਂ, ਰੰਗੜਾਂ ਦੀ ਬਰਾਦਰੀ ਦੇ ਵਿੱਚੋਂ ਕੋਈ ਹੋਰ ਸੀ ਜਿਨ੍ਹਾਂ ਦੇ ਉੱਤੇ ਗੁਰੂ ਕੀ ਕਿਰਪਾ। ਵੇਖੋ ਮਲੇਰਕੋਟਲੀਆਂ ਨੂੰ ਵਰ ਸੀ ਇੱਕ ਵੀ ਇਹਨਾਂ ਦੀ ਜੜ ਜਿਹੜੀ ਹਰੀ ਰਵੇਗੀ, ਪਰ ਅਸਲ ਦੇ ਵਿੱਚ ਕਿਹਨਾਂ ਦੀ ਰਵੇਗੀ? ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਇਨਸਾਫ ਕੀਤਾ। ਇੱਥੇ ਵੀ ਰੰਗੜਾਂ ਨੂੰ ਇੱਕ ਵਰ ਸੀ ਕਿ ਜਿਨ੍ਹਾਂ ਦੀ ਜੜ ਜਿਹੜੀ ਹੈ ਉਹ ਪੁੱਟੀ ਜਾਵੇਗੀ, ਉਹ ਜਾਨੀ ਖਾਂ ਤੇ ਮਾਨੀ ਖਾਂ ਦਾ ਵੰਸ਼ ਹੋਵੇਗਾ, ਦੂਜਿਆਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਤੇ ਹੁਣ ਬਚੇ ਕਿਹੜੇ ਨੇ? ਆਂਦੇ ਜਿਹੜੇ ਆਪਣੇ ਆਪ ਨੂੰ ਇਸ ਸਮੇਂ ਬਚਾਉਣਾ ਚਾਹੁੰਦੇ ਸਨ ਨਾ, ਉਹਨਾਂ ਨੇ ਨਾ ਹਿੰਦੂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਹੈ ਨਾ ਚੁੱਪ ਚਪੀਤੇ ਸ਼ਰਨ ਲੈ ਲਈ ਹੈ ਜੀ। ਉਹਨਾਂ ਨੇ ਜਾ ਕੇ ਹੱਥ ਪੱਲਾ ਜੋੜਿਆ, ਸਾਨੂੰ ਬਚਾ ਲਓ, ਸਾਨੂੰ ਬਚਾ ਲਓ, ਸਿੰਘਾਂ ਨੇ ਸਾਨੂੰ ਮਾਰ ਦੇਣਾ ਹੈ। ਇੱਦਾਂ ਉਹਨਾਂ ਦੀ ਜਿਹੜੀ ਹੈ ਨਾ ਥੋੜ੍ਹੀ ਬਹੁਤੀ ਰਹਿ ਗਈ ਹੈ ਜੀ। ਕਹਿੰਦੇ ਹਨ ਉੱਥੇ ਫਿਰ ਉਹ ਹਿੰਦੂ ਲੋਕ ਵੀ ਇਸ ਗੱਲ ਨੂੰ ਜਿਹੜਾ ਸੀ ਮੰਨ ਗਏ। ਕਿਹੜੀ ਨੂੰ? ਆਂਦੇ ਜਾਨੀ ਖਾਂ ਤੇ ਮਾਨੀ ਖਾਂ ਨੇ ਗਲਤ ਕੀਤਾ। ਉਹਨਾਂ ਨੇ ਬਾਲਾਂ ਨੂੰ ਜਿਹੜਾ ਸੀ ਸਾਹਿਬਜ਼ਾਦਿਆਂ ਨੂੰ ਕਿਉਂ ਫੜਾ ਦਿੱਤਾ ਉਸ ਸਮੇਂ? ਕਿਉਂਕਿ ਸ਼ਰੀਕਾਂ ਨੇ ਵੀ ਕਿਹਾ ਸੀ ਕਿ ਜਾਨੀ ਖਾਂ ਮਾਨੀ ਖਾਂ ਇੱਦਾਂ ਨਾ ਕਰੋ। ਵੈਰ ਗੁਰੂ ਗੋਬਿੰਦ ਸਿੰਘ ਨਾਲ ਹੋ ਸਕਦਾ ਹੈ, ਬੱਚਿਆਂ ਨਾਲ ਵੈਰ ਕਾਹਦਾ ਹੈ? ਇੱਦਾਂ ਨਾ ਕਰੋ ਜੀ। ਕਿਉਂਕਿ ਜਿਹਨੂੰ ਵੀ ਕਿਹਾ ਫਿਰ ਜਾਨੀ ਖਾਨ ਨੇ ਉਹ ਗੱਲ ਮੰਨੀ ਨਹੀਂ ਜੀ। ਜੇ ਸ਼ਰੀਕਾਂ ਨੇ ਮਾਨੀ ਖਾਨ ਨੂੰ ਕਿਹਾ ਤੇ ਮਾਨੀ ਖਾਨ ਨੇ ਵੀ ਨਹੀਂ ਮੰਨੇ, ਬੱਚੇ ਫੜਾ ਦਿੱਤੇ ਜੀ। ਉੱਥੇ ਉਸ ਸਮੇਂ ਜਿਹੜੇ ਸਨ ਹਾ ਦੇ ਨਾਰੇ ਵੱਜੇ ਸਨ ਵੀ ਇਹ ਜ਼ੁਲਮ ਹੋ ਰਿਹਾ ਹੈ ਬੱਚਿਆਂ ਦਾ। ਸਰਹੰਦ ਦੀ ਧਰਤੀ ਦਾ ਜ਼ਿਕਰ ਹੋ ਰਿਹਾ ਹੈ ਜਦੋਂ ਸਾਹਿਬਜ਼ਾਦੇ ਫੜਾਏ ਗਏ ਤੇ ਜਦੋਂ ਸ਼ਹੀਦ ਹੋਣ ਲੱਗੇ ਕਿ ਹਾ ਦੇ ਨਾਰੇ ਵੱਜੇ ਕਿ ਇਹ ਬੱਚੇ ਛੋਟਿਆਂ ਦੇ ਉੱਤੇ ਜਿਹੜਾ ਹੈ ਭਾਰੀ ਜ਼ੁਲਮ ਹੈ ਜੀ। ਜਿੱਦਾਂ ਮਲੇਰੀਅਨ ਨੇ ਕਿਹਾ ਸੀ, ਭਾਵ ਮਲੇਰਕੋਟੀਆਂ ਨੇ ਕਿਹਾ ਸੀ ਨਾ, ਉੱਦਾਂ ਹੀ ਫਿਰ ਜਿਹੜਾ ਹੈ ਇੱਥੇ ਰੰਗੜਾ ਨੇ ਕਿਹਾ ਹੈ ਜੀ। ਆਂਦੇ ਇਸ ਤਰ੍ਹਾਂ ਲੜਾਈ ਚੱਲਦੀ ਗਈ। ਸਿੰਘ ਜਿਹੜੇ ਸਨ ਥੋੜਿਆਂ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਗਏ ਤੇ ਪਤਾ ਹੀ ਨਾ ਲੱਗਾ ਜਿਹੜਾ ਸਵੇਰ ਦਾ ਯੁੱਧ ਚਾਲੂ ਹੋਇਆ ਕਿਹੜੇ ਵੇਲੇ ਜਿਹੜੀ ਹੈ ਸ਼ਾਮ ਹੋ ਗਈ ਹੈ ਜੀ। ਤੇ ਥੋੜੇ ਬਹੁਤੇ ਸਬੱਬ ਦੇ ਨਾਲ ਜਿਹੜੇ ਬਚ ਗਏ ਸਨ ਜੀ। ਜਿਹੜੇ ਹਿੰਦੂਆਂ ਦੇ ਘਰ ਆਪਣੇ ਆਪ ਨੂੰ ਸ਼ਰਨ ਲੈ ਲਈ ਜਿਨ੍ਹਾਂ ਨੇ ਜੀ, ਤੇ ਉਹਨਾਂ ਨੇ ਫਿਰ ਕੀ ਕੀਤਾ? ਹਿੰਦੂ ਵੀਰਾਂ ਨੇ ਰਾਤ ਤੇ ਉਹਨਾਂ ਦੀ ਰੰਗੜਾਂ ਦੀ ਕੱਢ ਦਿੱਤੀ, ਪਰ ਨਾਲ ਹੀ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਨੂੰ ਘਰਾਂ 'ਚੋਂ ਤੋਰ ਦਿੱਤਾ। ਉਹ ਕਹਿੰਦੇ ਹਨ ਭਈ ਦੇਖੋ ਤੁਹਾਨੂੰ ਰਾਤ ਤਾਂ ਬੜੀ ਮੁਸ਼ਕਿਲ ਨਾਲ ਆਪਾਂ ਰੱਖ ਲਿਆ ਹੈ, ਹੁਣ ਤੁਸੀਂ ਇੱਥੋਂ ਜਿਹੜਾ ਆਪਣਾ ਨਿਕਾਲਾ ਕਰੋ, ਕਿਉਂਕਿ ਸਿੰਘਾਂ ਨੇ ਸਵੇਰ ਨੂੰ ਫਿਰ ਜਿਹੜੀ ਹੈ ਪੁੱਛ ਪੜਤਾਲ ਕਰਨੀ ਹੈ। ਤੇ ਹੁਣ ਉਸ ਪੁੱਛ ਪੜਤਾਲ ਦੇ ਵਿੱਚ ਜੇ ਆਪਾਂ ਤੁਹਾਨੂੰ ਬਚਾਵਾਂਗੇ ਤੇ ਸਾਡਾ ਵੀ ਸੋਧਾ ਲੱਗ ਜਾਣਾ ਹੈ। ਇਸ ਕਰਕੇ ਤੁਸੀਂ ਹੁਣ ਜਿਹੜਾ ਹੈ ਸੂਰਜ ਵਾਹਿਗੁਰੂ ਚੰਦਰਮਾ ਦੀ ਲੋਅ ਦੇ ਵਿੱਚ ਹੀ ਜਿਹੜਾ ਤਾਰਿਆਂ ਦੀ ਲੋਅ ਦੇ ਵਿੱਚ ਨਿਕਲ ਜਾਓ ਸਵੇਰ ਹੋਣ ਤੋਂ ਪਹਿਲਾਂ ਜੀ। ਗੁਰੂ ਕੀ ਸੰਗਤ ਜੀ, ਜਾਨੀ ਖਾਂ ਤੇ ਮਾਨੀ ਖਾਂ ਦੋਵੇਂ ਸਕੇ ਭਰਾ ਸਨ ਜੀ। ਜਿਨ੍ਹਾਂ ਨੇ ਜਾਣ ਬੁੱਝ ਕਰਕੇ ਲਾਲਚ ਵਸ ਹੋ ਕਰਕੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਸੂਬੇ ਸਰਹੰਦ ਨੂੰ ਫੜਾ ਦਿੱਤਾ ਸੀ ਜੀ। ਜਦੋਂ ਗੁਰੂ ਜੀ ਨੇ ਇਹ ਸਾਰੀ ਕਹਾਣੀ ਸੁਣੀ ਤੇ ਏਦਾਂ ਮੂੰਹ ਦੇ ਵਿੱਚੋਂ ਬਚਨ ਉਚਾਰੇ ਸਨ ਜੀ ਕਿ ਹਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੂਰਾ ਹੋਣ ਲੱਗਾ ਗੁਰੂ ਦਾ ਬਚਨ। ਕਹਿੰਦੇ ਨਾ ਰਹੇ ਜਾਨੀ ਨਾ ਰਹੇ ਮਾਨੀ। ਨੂਰਾ ਮਾਹੀ ਜਦੋਂ ਇਹ ਕਹਾਣੀ ਸਾਰੀ ਸੁਣਾਉਂਦਾ ਹੈ ਸ਼ਹੀਦੀ ਦੀ, ਸਾਕਾ ਸੁਣਾ ਦਿੰਦਾ ਸ਼ਹੀਦੀ ਦਾ, ਪਾਤਸ਼ਾਹ ਤੇਰੇ ਛੋਟੇ ਬੱਚਿਆਂ ਨੂੰ ਜਿਹੜਾ ਹੈ ਜ਼ਾਲਮ ਨੇ ਜਿਹੜਾ ਹੈ ਇੱਦਾਂ ਸ਼ਹੀਦ ਕੀਤਾ। ਗੰਗੂ ਬਾਮਨ ਜਿਹੜਾ ਘਰ ਦਾ ਰਸੋਈਆ ਸੀ ਪਾਤਸ਼ਾਹ, ਉਹ ਧੋਖਾ ਦੇ ਗਿਆ, ਉਹ ਪੈਸਿਆਂ ਦਾ ਜਿਹੜਾ ਸੀ ਨਾ ਲਾਲਚ ਕਰ ਗਿਆ। ਇਸੇ ਕਰਕੇ ਬਾਣੀ ਨੇ ਕਿਹਾ ਲੋਭੀ ਕਾਵੇ ਸਾਹੋ ਨ ਕੀਜੇ ਜੇਕਾ ਪਾਰ ਵਸਾਏ। ਲੋਭੀ ਬੰਦਾ ਇਹੋ ਜਿਹਾ ਸੱਚਾਈ ਜੇ ਜਦੋਂ ਲੋਭ ਉੱਠਦਾ ਹੈ ਨਾ ਬੰਦੇ ਦੇ ਹਿਰਦੇ ਦੇ ਵਿੱਚ
ਤੇ ਉਹ ਦੂਜਿਆਂ ਨੂੰ ਬਾਅਦ ਚੋਂ ਮਾਰਦਾ, ਪਹਿਲਾਂ ਆਪਣੇ ਭਰਾਵਾਂ ਨੂੰ ਪਾਉਂਦਾ ਹੈ। ਪਿਆਰ ਨਾਲ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਪਣੇ ਰਿਸ਼ਤੇਦਾਰੀ ਬਰਾਦਰੀ ਦੇ ਵਿੱਚ ਝਾਤ ਮਾਰ ਕੇ ਦੇਖਿਓ, ਕਿਤੇ ਜਦੋਂ ਲੋਭ ਉੱਠੇਗਾ ਕਿਸੇ ਦੇ ਮਨ ਦੇ ਵਿੱਚ, ਉਹ ਕਹਿੰਦਾ ਪਹਿਲਾਂ ਭਰਾ ਨੂੰ ਛਿਲੀਏ। ਪਹਿਲਾਂ ਰਿਸ਼ਤੇਦਾਰੀ ਬਰਾਦਰੀ ਨੂੰ ਲੱਖਾਂ ਦੇ ਲੱਖਾਂ ਲੈ ਕੇ ਉੱਡ ਜਾਂਦੇ ਨੇ ਵਿਦੇਸ਼ਾਂ ਦੇ ਚੱਕਰਾਂ ਦੇ ਵਿੱਚ, ਫਿਰ ਪਤਾ ਲੱਗਦਾ ਚਾਚੇ ਦਾ ਮੁੰਡਾ ਲੈ ਗਿਆ, ਤਾਏ ਦਾ ਮੁੰਡਾ ਲੈ ਗਿਆ। ਪਰ ਇਹ ਤਾਂ ਘਰ ਦਾ ਰਸੋਈਆ ਸੀ, ਆਪ ਬਾਬਾ ਨੇ ਜਿਹੜਾ ਸੀ ਪਿਆਰ ਕੀਤਾ ਸੀ। ਇਹਨੇ ਜਿਹੜਾ ਕੰਮ ਗਲਤ ਕਰ ਬੈਠਾ, ਉਹਦੀ ਹੁਣ ਗੱਲ ਕਰਦੇ ਨੇ ਕਵਿਰਾਜ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਨੂਰੇ ਮਾਹੀ ਕੋਈ ਗੱਲਾਂ ਸੁਣੀਆਂ ਤੇ ਕੁਝ ਨਹੀਂ ਕਿਹਾ, ਬਸ ਆਹ ਬਚਨ ਕਹਿ ਕੀਤਾ, ਨਾ ਰਹੇ ਜਾਨੀ ਨਾ ਰਹੇ ਮਾਨੀ, ਦੋਵਾਂ ਦੀ ਜੜ ਪੁੱਟੀ ਜਾਵੇਗੀ, ਕੋਈ ਨਹੀਂ ਬਚੇਗਾ ਜੀ। ਤੋਰਾ ਮਾਰ ਵਰੰਡੋ ਖੁਸ਼ ਪਏ ਰਹਿਓ ਰੰਗ ਬੜ ਲਾਗ। ਗੁਰੂ ਕੀ ਸੰਗਤ ਜੀ ਵੱਡਾ ਘਾਲੂ ਘਾਰਾ ਵਾਪਰ ਚੁੱਕਾ ਸੀ ਤੇ ਸਿੰਘ ਜਿਹੜੇ ਸਨ ਉਹ ਇਹਨਾਂ ਅਬਦਾਲੀਆਂ ਦੇ ਸਤਾਏ ਹੋਏ ਸਨ ਤੇ ਬੜਾ ਲੰਬਾ ਸਮਾਂ ਹੋ ਚੁੱਕਾ ਕਿ 6 ਮਹੀਨੇ ਤੋਂ ਵੀ ਉੱਪਰ ਸਮਾਂ ਲੰਘ ਚੁੱਕਾ ਸੀ, ਕਿਤੇ ਹੱਥ ਜਿਹੜਾ ਸੀ ਇਹਨਾਂ ਮਾਰਿਆ ਨਹੀਂ ਸੀ। ਭਾਵ ਬੱਚਿਆਂ ਦਾ ਗੁਜ਼ਾਰਾ, ਵਹੀਰ ਦਾ ਗੁਜ਼ਾਰਾ, ਉਹਦੇ ਲਈ ਜਿਹੜਾ ਰਾਸ਼ਨ ਪਾਣੀ ਚਾਹੀਦਾ ਹੈ, ਖਰਚਾ ਚਾਹੀਦਾ ਹੈ। ਮਨ ਦੇ ਵਿੱਚ ਤਾਂ ਕੋਈ ਇੱਦਾਂ ਦਾ ਹੈ ਹੀ ਨਹੀਂ ਸੀ ਕਿ ਮੋਰਿੰਡੇ ਨੂੰ ਜਿਹੜਾ ਹੈ ਆਪਾਂ ਜਿਹੜਾ ਹੈ ਲੁੱਟ ਲਈਏ। ਜੇ ਸਿੰਘਾਂ ਨੇ ਕਹਿਤਾ ਚੁੱਪ ਕਰਕੇ ਨਿਕਲ ਹੈ ਤੇ ਚੁੱਪ ਕਰਕੇ ਨਿਕਲ ਚੱਲੇ ਸੀ, ਪਰ ਹੋਣੀ ਆ ਗਈ ਉਹਨਾਂ ਦੀ। ਇਸ ਕਰਕੇ ਜਦੋਂ ਹੋਣੀ ਆ ਗਈ ਤੇ ਹੁਣ ਹੱਥ ਜਿਹੜਾ ਹੈ ਫੇਰ ਦਿੱਤਾ ਇਹਨਾਂ ਨੇ। ਜਦੋਂ ਹੁਣ ਹੱਥ ਫੇਰਿਆ, ਜਿੱਤ ਪ੍ਰਾਪਤ ਹੋ ਗਈ ਤੇ ਕਵਿਰਾਜ ਜੀ ਕਹਿੰਦੇ ਪਏ ਨੇ, ਹੇ ਭਾਈ ਦੇਖੋ ਮਾਲਕ ਦੇ ਘਰ ਦੀ ਵਡਿਆਈ ਕਿ ਹੁਣ ਜਿਹੜੇ ਸਿੰਘ ਜਿਹੜੇ ਨੇ ਉਹਨਾਂ ਨੇ ਜਿੱਤ ਵੀ ਪ੍ਰਾਪਤ ਕਰ ਲਈ ਤੇ ਜੋ ਪਿੱਛੇ ਸਮਿਆਨਾ ਪਿਆ ਸੀ ਉਹ ਲੁੱਟ ਗਏ ਤੇ ਹੁਣ ਭਾਗ ਭਰੇ ਹੋ ਗਏ। ਭਾਵ ਇਹਨਾਂ ਦੇ ਹਿਰਦੇ ਹੁਣ ਖੁਸ਼ ਹੋ ਗਏ ਨੇ, ਇਹਨਾਂ ਦੇ ਹਿਰਦੇ ਜਿਹੜੇ ਨੇ ਸੁਰਖਰੂ ਹੋ ਗਏ ਵੀ ਆਪਾਂ ਜਿੱਤ ਵੀ ਪ੍ਰਾਪਤ ਕਰ ਲਈ ਤੇ ਖਾਣ ਪੀਣ ਜੋਗਾ ਰਸਤ ਪਾਣੀ ਵੀ ਆ ਗਿਆ ਜੀ। ਜੋ ਹੀ ਪਹੁੰਚੋ ਦੁਰਿਆਨੀਆਂ ਸਿੰਘਨ ਭੋਗਿਓ ਭਾਗ। ਤੇ ਜਿਹੜੀਆਂ ਦਰਾਨੀ ਦੀਆਂ ਫੌਜਾਂ ਸੀ ਉਹ ਡਰ ਕਰਕੇ ਪਿੱਛੇ ਹਟ ਗਈਆਂ ਤੇ ਸਿੰਘਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਹਾਂਜੀ, ਆਪਾਂ ਸਾਹਿਬਜ਼ਾਦਿਆਂ ਦਾ ਬਦਲਾ ਲੈ ਲਿਆ। ਰਤਨ ਸਿੰਘ ਜਿਤਨੀ ਸੁਨੀ ਤਿਤਨੀ ਕਹੀ ਬਖਾਨ। ਕਵਿਰਾਜ ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ, ਗੁਰੂ ਕੀ ਸੰਗਤ ਜੀ ਸੁਣੋ, ਜਿੰਨੀ ਮੈਂ ਆਪਣੇ ਪੁਰਖਿਆਂ ਦੇ ਕੋਲੋਂ ਬਾਤ ਸੁਣੀ ਸੀ ਇਸ ਗਾਥਾ ਦੀ, ਉਹ ਕਥਾ ਮੈਂ ਇੱਥੇ ਲਿਖ ਦਿੱਤੀ ਹੈ, ਕਹਿ ਦਿੱਤੀ ਹੈ ਜੀ। ਔਰ ਸੋ ਆਗਾ ਵੀ ਸੁਨੀ ਸੋ ਵੀ ਸੁਨੋ ਸੁਜਾਨ। ਤੇ ਜਿਹੜੀ ਅੱਗੇ ਹੋਰ ਜਿਹੜੇ ਬੱਚਿਆਂ ਦੇ ਸਿੰਘਾਂ ਦੇ ਵੈਰੀ ਬਣੇ ਸਨ ਉਸ ਸਮੇਂ, ਉਹਨਾਂ ਦੀ ਜਿਹੜੀ ਹੋਰ ਵੀ ਕੋਈ ਕਥਾ ਹੈ ਨਾ, ਮੈਂ ਅੱਗੇ ਲਿਖਣ ਲੱਗਾ ਹਾਂ, ਉਹ ਵੀ ਸੁਣੋ ਜੀ। ਦੋਹਰਾ ਤਲਵਨ ਤਲਵਨਨ ਦੁਆਬੋ ਖਤਰੀ ਲక్ష్ਮੀ ਨਾਰਾਇਣ ਨਾਮ। ਤਲਵਨ ਦੁਆਬੋ ਖੱਤਰੀ ਲక్ష్ਮੀ ਨਾਰਾਇਣ ਨਾਮ। ਇੱਥੋਂ ਨੂਰਮਹਿਲ ਨੂੰ ਜਾਂਦੇ ਆ ਜਾਂ ਮਹਿਤਪੁਰ ਨੂੰ ਜੜਿਆਲੇ ਤੋਂ ਹੋ ਜਾਈਏ ਤੇ ਤਲਵਨ ਪਿੰਡ ਪੈਂਦਾ ਹੈ। ਉੱਥੋਂ ਦੀ ਜਿਹੜੀ ਹੈ ਗਾਥਾ ਕਵਿਰਾਜ ਜੀ ਕਹਿਣ ਲੱਗੇ ਨੇ, ਉੱਥੇ ਇੱਕ ਲక్ష్ਮੀ ਨਾਰਾਇਣ ਨਾਮ ਦਾ ਬੰਦਾ ਸੀ। ਇਹਦਾ ਕਿੱਦਾਂ ਹੁਣ ਸੋਧਾ ਲਾਉਣਾ ਹੈ ਸਿੰਘਾਂ ਨੇ, ਕਿਉਂਕਿ ਇਹ ਮੁਖਬਰ ਸੀ, ਆਪਣੇ ਅਬਦਾਲੀਆਂ ਦੀਆਂ ਫੌਜਾਂ ਦਾ ਸਿੰਘਾਂ ਦੇ ਉੱਤੇ ਬਾਰ-ਬਾਰ ਹਮਲੇ ਕਰਾਉਂਦਾ ਸੀ। ਸਿੰਘਾਂ ਨੇ ਕਿੱਦਾਂ ਇਹਦੇ ਉੱਤੇ ਹੱਥ ਸਾਫ਼ ਕੀਤਾ ਹੈ, ਕੱਲ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਜੀ। ਇੰਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਦੀ ਖਿਮਾ ਬਖਸ਼ਣੀ ਦੀ ਜ਼ਰੂਰੀ ਬੇਨਤੀ। ਮਹਾਨ ਗੁਰਮਤਿ ਸਮਾਗਮ ਜਿੰਨੇ ਸਮੁੱਚੇ ਭਗਤ ਸਾਹਿਬਾਨ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਬਿਰਾਜਮਾਨ ਹਨ, ਉਹਨਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਚਰਖੜੀ ਮੁਹੱਲਾ ਕਰਤਾਰਪੁਰ ਸਾਹਿਬ ਸਮਾਗਮ ਜਿਹੜੇ ਨੇ ਤਕਰੀਬਨ 6 ਵਜੇ ਦੇ ਸ਼ੁਰੂ ਹੋ ਚੁੱਕੇ ਨੇ। ਰਾਤ 10:30 ਵਜੇ ਤੱਕ ਜਿਹੜੇ ਨੇ ਸਮਾਗਮ ਚੱਲਣਗੇ, ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਕੀਰਤਨੀਏ ਜਥੇ ਜਿਹੜੇ ਨੇ ਉਹ ਪਹੁੰਚ ਰਹੇ ਹਨ ਜੀ। ਇੱਥੋਂ ਸਮਾਪਤੀ ਦੇ ਉਪਰੰਤ ਸਰਬੱਤ ਸੰਗਤ ਨੂੰ ਬੇਨਤੀ ਹੈ, ਜਿੰਨਾ ਹੋ ਸਕੇ ਆਪਣਾ ਸਮਾਂ ਕੱਢ ਕੇ ਉਸ ਕੀਰਤਨ ਦਰਬਾਰ ਦੇ ਵਿੱਚ ਵੀ ਆਪ ਆਪਣੀਆਂ ਹਾਜ਼ਰੀਆਂ ਭਰੋ, ਗੁਰੂ ਚਰਨਾਂ ਦੇ ਨਾਲ ਜੁੜਨਾ ਕਰੋ, ਭਗਤ ਸਹਿਬਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀ ਦਾਤਾਰ ਆਪਣਾ